नानक हुक्म वरतै खसम का, मत भवी फिरै चल चेतो। मनमुख सौ कर दोस्ती, सुख के पुछै मेतो। गुरमुख सौ कर दोस्ती, सतगुर सौ लाए चेतो। जम्मण मरण का मूल कटियै, तां सुख होवई मेतो। गुरमुख सौ कर दोस्ती, सतगुर सौ लाए चेतो। जम्मण मरण का मूल कटियै, तां सुख होवई मित। वाहिगुरु जी का खालसा, वाहिगुरु जी की फतेह। गुरु प्यारी साध संगत जीओ, ਸਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 66 ਨੰਬਰ ਸਲੋਕ, ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 1421 ਅੰਕ ਦੇ ਉੱਪਰ ਸੁਭਾਈਮਾਨ ਹੈ। ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਸਲੋਕ ਦੁਆਰਾ ਮਨੁੱਖ ਦੀ ਆਪਣੀ ਜੋ ਮਨ ਦੀ ਮੱਤ ਹੈ ਉਹਦਾ ਕਰਕੇ ਕਿਵੇਂ ਇਹ ਭਟਕਦਾ ਹੈ, ਕਿਵੇਂ ਇਹ ਹਰ ਰੋਜ਼ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੁੱਖਾਂ ਵਾਲਾ ਜੀਵਨ ਜਿਉਂਦਾ ਹੈ, ਉਸ ਜੀਵਨ ਨੂੰ ਸਤਿਗੁਰੂ ਜੀ ਨੇ ਬਹੁਤ ਪਿਆਰੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਅਤੇ ਨਾਲ ਦੱਸਿਆ ਹੈ ਕਿ ਮਨੁੱਖ ਜਿੱਦਾਂ ਦੇ ਕਰਮ ਕਰਦਾ ਹੈ, ਜਿੱਦਾਂ ਦੇ ਸੰਸਕਾਰ ਇਕੱਠੇ ਕਰਦਾ ਹੈ, ਉਹਦੇ ਮੁਤਾਬਕ ਹੀ ਜਿਹੜਾ ਨਤੀਜਾ ਹੈ ਉਹ ਸਾਹਮਣੇ ਆਉਂਦਾ ਹੈ। ਜਦੋਂ ਹੁਕਮ ਦੀ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਤੇ ਬਾਣੀ ਪੜ੍ਹਨ ਵਾਲੇ ਸਰੋਤੇ ਜਿਹੜੇ ਘਰਾਂ ਵਿੱਚ ਵੀ ਬੈਠੇ ਤੁਸੀਂ ਸੁਣ ਰਹੇ ਹੋ, ਉੱਥੇ ਸਤਿਗੁਰੂ ਜੀ ਨੇ ਬਾਰ-ਬਾਰ ਇੱਕੋ ਗੱਲ ਕੀਤੀ ਹੈ ਕਿ ਸਾਰੀ ਕਾਇਨਾਤ ਉਸ ਮਾਲਕ ਦੇ ਹੁਕਮ ਵਿੱਚ ਹੈ। ਉੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਅਕਸਰ ਸਰੋਤੇ ਵੀ ਸਵਾਲ ਕਰਦੇ ਨੇ, ਵੇਖੋ ਜੀ ਸਭ ਕੁਝ ਪਰਮਾਤਮਾ ਦੇ ਹੁਕਮ 'ਚ ਹੁੰਦਾ ਹੈ, ਅਤੇ ਆਹ ਜਿਹੜੇ ਬਲਾਤਕਾਰ ਹੋ ਰਹੇ ਨੇ, ਚੋਰੀਆਂ ਹੋ ਰਹੀਆਂ ਨੇ, ਬੇਈਮਾਨੀਆਂ ਹੋ ਰਹੀਆਂ ਨੇ, ਕਰਪਸ਼ਨ ਹੋ ਰਹੀ ਹੈ, ਫਿਰ ਇਹ ਵੀ ਉਹਦੇ ਹੁਕਮ 'ਚ ਹੀ ਹੈ। ਫਿਰ ਇਹਦਾ ਮਤਲਬ ਰੱਬ ਚਾਹੁੰਦਾ ਇੱਦਾਂ ਹੋਵੇ। ਹੁਣ ਇਹ ਜਦੋਂ ਸਵਾਲ ਸਾਡੇ ਦਿਮਾਗ ਵਿੱਚ ਇੱਦਾਂ ਦੇ ਪੈਦਾ ਹੁੰਦੇ ਨੇ, ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਵਾਸਤੇ ਵੀ ਤੁਰੀਏ, ਕੋਈ ਯਤਨ ਕਰੀਏ। ਇਹ ਗੱਲ ਬਹੁਤ ਵਾਰੀ ਆਪਾਂ ਕਰ ਚੁੱਕੇ ਹਾਂ ਕਿ ਜਿੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰੀ ਤੌਰ 'ਤੇ ਨਮਸਕਾਰਾਂ ਕੀਤੀਆਂ, ਕਾਸ਼ ਕਿਤੇ ਅਸੀਂ ਖੁਦ ਪੜ੍ਹਿਆ ਅਤੇ ਵਿਚਾਰਿਆ ਹੁੰਦਾ, ਸਾਨੂੰ ਇਹਨਾਂ ਸਾਰੀਆਂ ਜਿਹੜੀਆਂ ਕੁੰਡੀਆਂ ਨੇ ਇਹ ਆਪਣੇ ਆਪ ਸਾਡੇ ਜੀਵਨ ਦੀਆਂ ਖੁੱਲ੍ਹ ਜਾਣੀਆਂ ਸੀ, ਸਾਨੂੰ ਸਮਝ ਆ ਜਾਣੀ ਸੀ ਕਿ ਇੱਥੇ ਹੁਕਮ ਦੇ ਅਰਥ ਕੀ ਨੇ ਅਤੇ ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ ਇੱਥੇ। ਹੁਣ ਇੱਥੇ ਵੇਖੋ, ਮੈਂ ਸਮਝਦਾ ਕਿ ਜਪਜੀ ਸਾਹਿਬ ਦੀ ਜਿਹੜੀ ਦੂਜੀ ਪੌੜੀ ਹੈ, ਉਸ ਪੌੜੀ ਨੂੰ ਤੁਸੀਂ ਧਿਆਨ ਨਾਲ ਵਿਚਾਰ ਲਓ ਨਾ, ਹੁਕਮੀ ਹੋਣ ਆਕਾਰ, ਉਹ ਸਾਰੀ ਪੌੜੀ ਆਪਣੇ ਆਪ ਹੁਕਮ ਦੀ ਪਰਿਭਾਸ਼ਾ ਜਿਹੜੀ ਹੈ, ਡੈਫੀਨੇਸ਼ਨ, ਉਹਨੂੰ ਬਹੁਤ ਸੁੰਦਰ ਤਰੀਕੇ ਨਾਲ ਕਲੀਅਰ ਕਰਦੀ ਹੈ। ਹੁਣ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਨਾਨਕ ਹੁਕਮ ਵਰਤੈ ਖਸਮ ਕਾ। ਖਸਮ ਦਾ ਤੇ ਹੁਕਮ ਸਾਰਿਆਂ ਥਾਵਾਂ 'ਤੇ ਵਰਤ ਰਿਹਾ ਹੈ, ਉਹਦੇ ਹੁਕਮ ਦੇ ਵਿੱਚ ਤੇ ਕੋਈ ਸ਼ੱਕ ਨਹੀਂ। ਪਰ ਜਿਹੜੀ ਅਗਲੀ ਗੱਲ ਹੈ ਨਾ, ਮਤ ਭਵਈ, ਮਨੁੱਖ ਦੀ ਜਿਹੜੀ ਆਪਣੀ ਭੈੜੀ ਮੱਤ ਹੈ ਨਾ, ਉਹ ਭਵੀ ਹੋਈ ਹੈ, ਉਲਟੀ ਹੈ, ਉਹ ਹੁਕਮ 'ਚ ਤੁਰਨ ਨੂੰ ਤਿਆਰ ਨਹੀਂ। ਜੇ ਨਹੀਂ ਤੁਰਦੀ, ਹੁਕਮ ਤੇ ਵਰਤ ਰਿਹਾ ਹੈ, ਜੇ ਨਹੀਂ ਤੁਰਦੀ ਤਾਂ ਨਤੀਜਾ ਵੀ ਤਾਂ ਭੁਗਤਣਾ ਪਵੇਗਾ ਨਾ। ਜਿਵੇਂ ਕਿਸੇ ਕੰਟਰੀ ਦਾ ਕਾਨੂੰਨ ਸਾਰੇ ਦੇਸ਼ 'ਤੇ ਇੱਕੋ ਜਿਹਾ ਲਾਗੂ ਹੁੰਦਾ ਹੈ, ਜਿਹੜਾ ਉਸ ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਜੇ ਉਹਦੀ ਮੱਤ ਕਾਨੂੰਨ ਵੱਲੋਂ ਭਵੀ ਹੈ, ਉਲਟੀ ਹੈ, ਤੇ ਜੇਲ੍ਹ ਵੀ ਤਾਂ ਜਾਣਾ ਪਊਗਾ ਨਾ। ਉਹ ਵਧੀਆ ਸਿਟੀਜ਼ਨ ਤਾਂ ਨਹੀਂ ਬਣ ਸਕਦਾ। ਹੁਣ ਆਪਾਂ ਕਈ ਵਾਰੀ ਕਈਆਂ ਕੰਟਰੀਆਂ 'ਚ ਦੇਖਦੇ, ਇੱਕ ਵਿਅਕਤੀ ਨੂੰ 30 ਸਾਲ ਹੋ ਗਏ ਆਏ ਨੂੰ, ਉਹ ਵਧੀਆ ਸਿਟੀਜ਼ਨ ਨਹੀਂ ਬਣ ਪਾਇਆ। ਇੱਕ ਵਿਅਕਤੀ 5-7 ਸਾਲਾਂ 'ਚ ਹੀ ਆਪਣਾ ਬਹੁਤ ਵਧੀਆ ਰਿਕਾਰਡ ਬਣਾ ਲੈਂਦਾ, ਉਹ ਹਰ ਇੱਕ ਪੱਖੋਂ ਇਮਾਨਦਾਰੀ ਵਿਖਾ ਕੇ ਸਰਕਾਰ ਦੇ ਕਾਨੂੰਨਾਂ ਦੀ ਪਾਲਣਾ ਕਰਕੇ ਵਧੀਆ ਬਣ ਜਾਂਦਾ ਹੈ। ਇੱਦਾਂ ਹੀ ਇਹ ਸੰਸਾਰ ਹੈ। ਇੱਕ ਵਿਅਕਤੀ 70-80 ਸਾਲ ਦਾ ਵੀ ਇੱਥੇ ਦੁਨੀਆ 'ਤੇ ਆ ਕੇ ਨਹੀਂ ਵਧੀਆ ਬਣ ਪਾਇਆ, ਇੱਕ 7-8-10-20-30 ਸਾਲਾਂ ਵਿੱਚ ਹੀ
ਬਹੁਤ ਵਧੀਆ ਇਨਸਾਨ ਦੁਨੀਆ ਸਾਹਮਣੇ ਪ੍ਰਗਟ ਹੋ ਕੇ ਆਉਂਦਾ। ਕਿਉਂ? ਕਿਉਂਕਿ ਉਹਨੇ ਆਪਣੀ ਮੱਤ ਨੂੰ ਘੜਿਆ ਹੈ। ਬਾਣੀ ਜਦੋਂ ਘੜੀ ਹੈ ਸੁਰਤ ਮੱਤ ਮਨ ਬੁੱਧ ਦੀ ਗੱਲ ਕਰਦੀ, ਉਹਦਾ ਅਰਥ ਕੀ ਹੈ? ਜਿਵੇਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ, ਘੜੀ ਹੈ ਸ਼ਬਦ ਸੱਚੀ ਟਕਸਾਲ, ਉਹਦਾ ਅਰਥ ਕੀ ਹੈ? ਜਿਵੇਂ ਟਕਸਾਲ ਵਿੱਚ ਕਰੰਸੀ ਘੜੀ ਜਾਂਦੀ ਹੈ, ਇਹ ਸ਼ਬਦ ਦੀ ਟਕਸਾਲ ਵਿੱਚ ਸੁਰਤ ਘੜੀ ਜਾਂਦੀ ਹੈ, ਮੱਤ ਘੜੀ ਜਾਂਦੀ ਹੈ, ਬੁੱਧ ਘੜੀ ਜਾਂਦੀ ਹੈ, ਮਨ ਘੜਿਆ ਜਾਂਦਾ ਹੈ। ਹੁਣ ਇੱਥੇ ਸ਼ਬਦ ਵਰਤਿਆ ਨਾਨਕ ਹੁਕਮ ਵਰਤੈ ਖਸਮ ਕਾ। ਜਿਹੜਾ ਖਸਮ ਦਾ ਹੁਕਮ ਹੈ ਨਾ, ਉਹ ਤੇ ਵਰਤ ਰਿਹਾ ਹੈ ਇੱਕੋ ਜਿਹਾ, ਪਰ ਮੱਤ ਭਵੀ, ਬੰਦੇ ਦੀ ਜਿਹੜੀ ਮਨ ਦੀ ਮੱਤ ਹੈ ਉਹ ਭਵੀ ਹੋਈ ਹੈ, ਉਲਟੀ ਹੈ। ਫਿਰ ਹੈ ਚੱਲ ਚਿੱਤ, ਤੇ ਮੱਤ ਉਲਟਣ ਕਰਕੇ, ਮੱਤ ਹੁਕਮ ਵਿੱਚ ਨਾ ਤੁਰਨ ਕਰਕੇ ਚੰਚਲ ਹੋ ਕੇ ਮਨੁੱਖ ਜੀਵਨ ਜਿਉ ਰਿਹਾ। ਚੰਚਲਤਾ ਹੀ ਹੈ ਜੀਵਨ ਦੇ, ਟਿਕਾ ਨਹੀਂ ਹੈਗਾ ਜੀਵਨ ਦੇ ਵਿੱਚ। ਅੱਜ ਦੁੱਖਾਂ ਦਾ ਕਾਰਨ ਹੀ ਇਹੋ ਹੈ ਨਾ, ਬੰਦੇ ਕੋਲ ਜੋ ਹੈ ਉਹ ਇੰਜੋਏ ਨਹੀਂ ਕਰ ਰਿਹਾ, ਉਹ ਆਨੰਦ ਨਹੀਂ ਲੈ ਰਿਹਾ। ਜੋ ਨਹੀਂ ਹੈਗਾ ਉਹਦੇ ਬਾਰੇ ਸੋਚ ਸੋਚ ਕੇ ਕਲਪੀ ਜਾ ਰਿਹਾ। ਤੁਸੀਂ ਵੇਖ ਲਓ ਕਿਸੇ ਬੰਦੇ ਨੂੰ ਵੀ, ਸਾਹਮਣੇ ਪਈ ਰੋਟੀ ਉਹ ਨਹੀਂ ਖਾ, ਉਹਦੇ ਆਨੰਦ ਨਹੀਂ ਲੈ ਰਿਹਾ, ਗਾਂਹ ਬਾਰੇ ਸੋਚ ਕੇ ਤੇ ਜਿਹੜਾ ਹੈਗਾ ਉਹ ਵੀ ਗਵਾਈ ਜਾ ਰਿਹਾ ਆਪਣੇ ਕੋਲ। ਜੋ ਬੰਦੇ ਦੇ ਕੋਲ ਹੈ ਸੰਤੁਸ਼ਟੀ ਜਿਹਨੂੰ ਆਪਾਂ ਕਹਿੰਦੇ। ਹੁਣ ਇੱਕ ਬੰਦੇ ਦੇ ਕੋਲ, ਇੱਕ ਬੰਦਾ ਪੈਦਲ ਜਾ ਰਿਹਾ, ਉਹਦੇ ਮਨ 'ਚ ਸੋਚ ਰੱਖਦੇ ਮੇਰੇ ਕੋਲ ਵੀ ਸਾਈਕਲ ਹੋਵੇ, ਤਾਂ ਸਾਈਕਲ ਵਾਲਾ ਜਿਹੜਾ ਬੰਦਾ ਨਾ ਉਹ ਇਹ ਤੋਂ ਅੱਗੇ ਸੋਚ ਕੇ ਬੈਠਾ ਵੀ ਕਿਤੇ ਮੇਰੇ ਕੋਲ ਮੋਟਰਸਾਈਕਲ ਹੋਵੇ, ਆਪਣੀ ਬਾਈਕ ਹੋਵੇ, ਮੈਂ ਉੱਤੇ ਜਾਵਾਂ। ਉਹ ਸੋਚ ਕੇ ਬੈਠਾ ਵੀ ਕਿਤੇ ਗੱਡੀ ਹੋਵੇ। ਜਦੋਂ ਗੱਡੀ ਆ ਜਾਂਦੀ ਫਿਰ ਬੰਦਾ ਕਾਰ 'ਤੇ ਵੀ ਅੱਗੇ ਸੋਚਦਾ ਵੀ ਇਹ ਛੋਟੀ ਹੈ ਥੋੜ੍ਹੀ ਜਿਹੀ, ਇਹ 5 ਸੀਟਰ ਹੈ, ਥੋੜ੍ਹੀ ਜਿਹੀ 7 ਸੀਟਰ ਹੋਵੇ। ਫਿਰ 7 ਸੀਟਰ ਵੀ ਆ ਗਈ, ਫਿਰ ਕਹਿੰਦਾ ਨਹੀਂ ਥੋੜ੍ਹੀ ਜਿਹੀ ਹੁਣ ਇਹ ਤੋਂ ਹੋਰ ਵੱਡੀ ਹੋਵੇ। ਫਿਰ ਗਾਂਹ ਤੁਰਿਆ, ਫਿਰ ਕਹਿੰਦਾ ਨਹੀਂ ਹੁਣ ਟ੍ਰੈਫਿਕ ਬੜੀ ਹੈ, ਪਲੇਨ ਆਪਣਾ ਚਾਹੀਦਾ। ਜਿੱਥੇ ਹੈਗਾ ਉੱਥੇ ਨਹੀਂ, ਉਹ ਤੋਂ ਅੱਗੇ ਸੋਚੀ ਜਾਂਦਾ। ਇਹੋ ਚੀਜ਼ ਇਨਸਾਨ ਨੂੰ ਦੁਖੀ ਕਰਦੀ ਹੈ। ਵਧੀ ਹੋਈ ਤਮਾ ਭਜਾਈ ਫਿਰਦੀ। ਹੁਣ ਇਹਦਾ ਅਰਥ ਇਹ ਨਾ ਸਮਝੋ ਵੀ ਇਨਸਾਨ ਕੋਈ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਪਰ ਜੋ ਤੇਰੇ ਕੋਲ ਹੈਗਾ ਜੇ ਤੂੰ ਉਹਦਾ ਆਨੰਦ ਹੀ ਨਾ ਲੈ ਪਾਵੇਂ, ਜਿੱਥੇ ਤੂੰ ਬੈਠਾ ਹੈ ਜੇ ਤੂੰ ਉਹਦਾ ਆਨੰਦ ਨਾ ਲੈ ਪਾਏ, ਤੇ ਫਿਰ ਇਹਨਾਂ ਚੀਜ਼ਾਂ ਨੇ ਤੈਨੂੰ ਸੁੱਖ ਕਾਹਦਾ ਦਿੱਤਾ? ਤੂੰ ਤਾਂ ਉਲਟਾ ਦੁਖੀ ਹੋ ਗਿਆ ਭਾਈ। ਹੁਣ ਮੰਨ ਲਓ ਇੱਕ ਬੰਦਾ ਹੈ, ਉਹਦੇ ਕੋਲ ਨੋਰਮਲ ਉਹਦੀ ਜ਼ਿੰਦਗੀ ਚੱਲ ਰਹੀ ਹੈ, ਠੀਕ ਹੈ, ਨੋਰਮਲ ਉਹਦਾ ਜੀਵਨ ਚੱਲ ਰਿਹਾ, ਠੀਕ, ਉਹਦੇ ਕੋਲ ਉਨੇ ਕੁ ਪੈਸੇ ਜਿੰਨੇ ਕੋ ਉਹਨੂੰ ਜ਼ਰੂਰਤ ਹੈ। ਮੰਨ ਲਓ ਬੰਦੇ ਦੀ ਇੱਕਦਮ ਲਾਟਰੀ ਨਿਕਲ ਆਉਂਦੀ ਹੈ 20-50 ਕਰੋੜ ਦੀ। ਹੁਣ ਉਹ ਪਹਿਲਾਂ ਇਹ ਆਰਾਮ ਨਾਲ ਸੌਂ ਜਾਂਦਾ, ਹੁਣ ਪੈਸਾ ਆ ਗਿਆ, ਹੁਣ ਨੀਂਦ ਆ ਰਹੀ ਹੈ। ਹੁਣ ਉਹ ਦਿਮਾਗ 'ਚ ਕਈ ਸਵਾਲ ਪੈਦਾ ਹੋ ਰਹੇ, ਕਿਹਨੂੰ ਦੇਵਾਂ, ਕਿਹੜੇ ਰਿਸ਼ਤੇਦਾਰ ਤੋਂ ਦੂਰੀ ਬਣਾ ਲਵਾਂ, ਕਿਤੇ ਇਹ ਨਾ ਹੋਵੇ ਚੋਂ ਇੰਨਾ ਹਿੱਸਾ ਉਹ ਲੈ ਜਾਏ, ਭਰਾ ਨਾਲੋਂ ਅੱਡ ਹੋ ਜਾਵਾਂ, ਕਿਤੇ ਰਾਤ ਘਰ ਵਾਲੀ ਮੈਨੂੰ ਮਾਰ ਕੇ ਸਾਰੇ ਨਾਪੀ ਨਾ ਲਵੇ। ਨੀਂਦ ਆ ਰਹੀ ਵਧੀਆ ਕਿ ਨੀਂਦ ਪਹਿਲੀ ਵੀ ਚਲੇਗੀ? ਹੋਣਾ ਤਾਂ ਇਹ ਚਾਹੀਦਾ ਸੀ, ਤੂੰ ਤੇਰੇ ਕੋਲ ਤਾਂ ਪੈਸਾ ਬੜਾ, ਤੂੰ ਤਾਂ ਸੁੱਖ ਹੋਣਾ, ਤੇਰੇ ਕੋਲ ਤਾਂ ਸਭ ਕੁਝ ਹੋਣਾ ਚਾਹੀਦਾ। ਪਰ ਭੈੜੀ ਮੱਤ ਦੇ ਕਾਰਨ ਅਸੀਂ ਸੰਸਾਰ ਦੇ ਇਹਨਾਂ ਪਦਾਰਥਾਂ ਨੂੰ ਸਹੀ ਵਰਤਣ ਦੀ ਬਜਾਏ ਆਪਣਾ ਜਿਹੜਾ ਸਕੂਨ ਆ ਨਾ, ਜਿਹੜਾ ਪਹਿਲਾਂ ਸਾਡੇ ਕੋਲ ਹੁੰਦਾ, ਉਹ ਵੀ ਗਵਾ ਬੈਠੇ। ਹੁਣ ਇਹਦੇ ਸ਼ਬਦ ਕੀ ਵਰਤਿਆ? ਨਾਨਕ ਹੁਕਮ ਵਰਤੈ ਖਸਮ ਕਾ। ਖਸਮ ਦਾ ਹੁਕਮ ਤੇ ਵਰਤ ਰਿਹਾ। ਹੁਣ ਕਈ ਕਹਿੰਦੇ ਜੀ ਰੇਪ ਉਹਦੇ ਹੁਕਮ 'ਚ ਹੁੰਦਾ ਹੈ। ਜਿਹੜਾ ਰੇਪ ਕਰਨ ਵਾਲਾ ਬੰਦਾ, ਬਲਾਤਕਾਰ ਕਰਦਾ ਬੰਦਾ, ਵਿਭਚਾਰ ਕਰਦਾ, ਉਹ ਭੈੜੀ, ਉਹ ਹੁਕਮ ਵੱਲੋਂ ਮੱਤ ਨੂੰ ਉਲਟਾ ਕੇ ਕਰਦਾ ਨਾ, ਤੇ ਜੇ ਉਹਨੇ ਕੀਤਾ ਹੈ ਤਾਂ ਸਜ਼ਾ ਲਈ ਵੀ ਤਿਆਰ ਹੋਵੇ। ਸਜ਼ਾ ਲਈ ਵੀ। ਦਿੱਲੀ ਦੇ ਵਿੱਚ ਇਸ ਘਟਨਾ ਵਾਪਰੀ ਸੀ ਨਾ 2012 ਦੇ ਵਿੱਚ, ਜਦੋਂ ਇੱਕ ਲੜਕੀ ਦੇ ਨਾਲ ਬੱਸ ਦੇ ਵਿੱਚ ਰੇਪ ਕੀਤਾ ਗਿਆ ਸੀ। ਜੇ ਉਹ ਰੇਪ ਉਸ ਲੜਕੀ ਨਾਲ ਕੀਤਾ ਗਿਆ ਤੇ ਉਹ ਪਰਮਾਤਮਾ ਦਾ ਹੁਕਮ ਤੇ ਨਿਯਮ ਸਾਰਿਆਂ ਉੱਤੇ ਲਾਗੂ ਹੈ। ਪਰ ਜਦੋਂ ਰੇਪ ਮਾਲਕ ਦੀ ਉਸ ਵਿਚਾਰਧਾਰਾ, ਉਸ ਜਿਹੜੇ ਚੰਗੇ ਸੰਸਕਾਰ ਸਾਨੂੰ ਉਸ ਗੁਰੂ ਵੱਲੋਂ, ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਸੀ, ਗੁਣਾਂ ਦੀ ਵਰਤੋਂ ਨਾ ਕਰਕੇ ਉਹਦੇ ਉਲਟ ਜਾ ਕੇ ਕੰਮ ਕੀਤਾ ਹੈ, ਤੇ ਫਿਰ ਸਜ਼ਾ ਲਈ ਵੀ, ਤੇ ਜਦੋਂ ਸਜ਼ਾ ਮਿਲੀ ਫਿਰ ਰੋਣਾ ਕਾਹਦਾ ਸੀ ਭਾਈ? ਜੇ ਤੂੰ ਕਦਮ ਗਲਤ ਪੱਟਿਆ, ਜੇ ਤੂੰ ਆਪਣਾ ਕਦਮ ਗਲਤ ਪੱਟਿਆ ਉਸ ਹੁਕਮ ਵਿੱਚ, ਤੇ ਗਲਤ ਕਦਮ ਪੱਟਣ ਦੀ ਸਜ਼ਾ ਵੀ ਤੇ ਤੈਨੂੰ ਨਾਲ ਤਿਆਰ ਰਹਿਣਾ ਪਵੇਗਾ ਨਾ। ਬੀਜੇ ਬਿੱਖ ਮੰਗੇ, ਐਸਾ ਥੋੜ੍ਹਾ ਤੂੰ ਬੀਜਿਆ ਬਿੱਖ ਹੈ ਤੇ ਮੰਗੇ ਅਮਰ, ਤੇ ਕਿੱਦਾਂ ਹੋ ਸਕਦਾ? ਕਰਕੇ ਵਿਚਾਰ ਤੇ ਮੁੜ ਕੇ ਕਹਾਂ ਜੀ ਮੈਨੂੰ ਸਜ਼ਾ ਨਾ ਮਿਲੇ, ਕਿਉਂ ਭਾਈ? ਇਸ ਬਰੀਕੀ ਨੂੰ ਸਮਝਣਾ ਪੈਣਾ ਹੈ। ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ, ਜਦੋਂ ਹੁਕਮ ਦੀ ਗੱਲ ਆਉਂਦੀ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ। ਅਸੀਂ ਇਸ ਗੱਲ ਨੂੰ, ਗੁਰੂ ਸਾਹਿਬ ਦਾ ਕੀ ਰੋਲ ਹੈ? ਗੁਰੂ ਸਾਹਿਬ ਸਾਡੇ ਜੀਵਨ ਦੀ ਤਿਆਰੀ ਕਰਾਉਂਦੇ ਨੇ, ਅਸੀਂ ਮਾਲਕ ਦੇ ਹੁਕਮ 'ਚ ਤੁਰਨ ਦਾ ਅਭਿਆਸ ਕਰ ਸਕੀਏ, ਪ੍ਰੈਕਟਿਸ ਕਰ ਸਕੀਏ।
ਅਸੀਂ ਉਹਨੂੰ, ਤੁਸੀਂ ਦੱਸਿਓ ਇਮਾਨਦਾਰੀ ਨਾਲ, ਘਰਾਂ 'ਚ ਬੈਠੇ ਸੁਣ ਰਹੇ ਜੇ, ਵਧੀਆ ਸਿਟੀਜ਼ਨ ਬਣਨ ਵਾਸਤੇ ਉਸ ਬੰਦੇ ਨੂੰ ਉਸ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ ਨਾ। ਕਿਸੇ ਸਕੂਲ ਦੇ ਵਿੱਚ ਜੋ ਸਟੂਡੈਂਟ ਜਾਂਦਾ ਹੈ, ਜਿੰਨਾ ਮਰਜ਼ੀ ਸ਼ਰਾਰਤੀ ਹੋਵੇ, ਸਕੂਲ ਦਾ ਨਿਯਮ ਥੋੜ੍ਹਾ ਵਿਦਿਆਰਥੀ ਕਰਕੇ ਬਦਲਦਾ ਹੈ। ਸਕੂਲ ਦੇ ਵਿਦਿਆਰਥੀ ਨੂੰ ਆਪਣੇ ਆਦਤਾਂ ਸੁਧਾਰਨੀਆਂ ਪੈਂਦੀਆਂ ਨੇ। ਜੇ ਸਕੂਲ ਦੇ ਵਿਦਿਆਰਥੀ ਕਰਕੇ ਸਾਰਾ ਨਿਯਮ ਬਦਲੇ ਤੇ ਫਿਰ ਤਾਂ ਜਿੰਨੇ ਵਿਦਿਆਰਥੀ ਪੜ੍ਹਦੇ ਨੇ ਸਾਰੇ ਕਹਿਣਗੇ ਸਾਡੇ ਮੁਤਾਬਕ ਨਿਯਮ ਬਦਲੇ, ਤੇ ਫਿਰ ਨਿਯਮ ਇੱਕ ਰਹਿ ਜੂ। ਇਮਾਨਦਾਰੀ ਨਾਲ ਸੋਚੋ, ਇੱਕ ਵੀਰ ਫੌਜ ਵਿੱਚ ਭਰਤੀ ਹੁੰਦਾ, ਉਹਨੂੰ ਜਾ ਕੇ ਫੌਜ ਵਿੱਚ ਆਪਣੇ ਆਪ ਨੂੰ ਡਿਸਿਪਲਿਨ ਵਿੱਚ ਲਿਆਉਣਾ ਪੈਂਦਾ। ਜੇ ਉਹ ਕਵੇ ਵੀ ਸਾਰੇ ਫੌਜ ਦਾ ਰੂਲ ਨਿਯਮ ਜਿਹੜਾ ਮੇਰੇ ਮੁਤਾਬਕ ਚੇਂਜ ਹੋਵੇ, ਤੇ ਫਿਰ ਜਿੰਨੇ ਉੱਥੇ ਫੌਜੀ ਵੀਰ ਭਰਤੀ ਹੋਏ ਨੇ ਸਾਰੇ ਆਪਣੇ ਮੁਤਾਬਕ ਨਿਯਮ ਦੀ ਉਲੰਘਣਾ ਕਰਨਗੇ ਜਾਂ ਆਪਣੇ ਮੁਤਾਬਕ ਉੱਥੋਂ ਦੇ ਕਾਨੂੰਨ ਨੂੰ ਘੜਨ ਦੀ ਕੋਸ਼ਿਸ਼ ਕਰਨਗੇ, ਫਿਰ ਤਾਂ ਕਾਨੂੰਨ ਇਹ ਰਹਿਣਾ ਹੀ ਨਹੀਂ। ਜੇ ਇੱਥੇ ਇਹ ਗੱਲਾਂ ਲਾਗੂ ਨਹੀਂ ਤੇ ਸੰਸਾਰ ਦੇ, ਜਦੋਂ ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ, ਸਾਡਾ ਸਾਰਿਆਂ ਦਾ ਜ਼ੋਰ ਤੇ ਇਹੋ ਹੀ ਲੱਗਾ ਪਿਆ, ਮੈਨੂੰ ਆਹ ਚਾਹੀਦਾ, ਮੈਨੂੰ ਧੁੱਪ ਚਾਹੀਦੀ ਹੈ, ਮੈਨੂੰ ਛਾਂ ਚਾਹੀਦੀ ਹੈ, ਮੇਰੀ ਇੱਦਾਂ ਅਰਦਾਸ ਹੈ। ਮਾਫ ਕਰਨਾ, ਅਸੀਂ ਉਹ ਪ੍ਰੇਅਰ ਦੀ ਗੱਲ ਵੀ ਕਰਦੇ ਹਾਂ। ਮੰਨ ਲਓ ਕਿਤੇ ਕੋਈ ਖਿਡਾਰੀ ਖੇਡਦਾ, ਸਾਨੂੰ ਲੱਗਦਾ ਮੇਰੀ ਅਰਦਾਸ ਨਾ ਹੋਇਆ, ਤੇ ਅਰਦਾਸ ਤੇ ਉਹ ਵੀ ਕਰਦਾ ਜਿਹੜਾ ਦੂਜਾ ਖੇਡ ਰਿਹਾ, ਤੇ ਮੈਂ ਰੱਬ ਵੀ ਵਿਤਕਰੇ ਕਰਦਾ। ਗੱਲ ਉਹਦੀ ਹਿੰਮਤ ਦੀ ਹੈ, ਗੱਲ ਉਹਦੀ ਮਸ਼ੱਕਤ ਦੀ ਹੈ। ਉਹਨੇ ਆਪਣੇ ਆਪ ਨਾਲ ਲੜਿਆ ਕਿੰਨੀ ਉਹਨੇ ਮਿਹਨਤ ਕੀਤੀ ਹੈ। ਹੁਣ ਜਦੋਂ ਦੋ ਭਲਵਾਨ ਖਾੜੇ ਵਿੱਚ ਘੁਲਦੇ ਨੇ, ਮੰਨ ਲਓ ਦੋਵੇਂ ਰੱਬ ਨੂੰ ਯਾਦ ਕਰਕੇ ਗਏ, ਇੱਕ ਜਿਹੜਾ ਜਿਹਨੇ ਢਾਹ ਲਿਆ, ਜਿਹਨੂੰ ਟਰੋਫੀ ਮਿਲ ਗਈ ਹੈ, ਜਿਹਨੂੰ ਇਨਾਮ ਮਿਲ ਗਿਆ, ਉਹ ਕਹਿੰਦਾ ਵੇਖਿਆ ਮੇਰੀ ਰੱਬ ਨੇ ਸੁਣ ਲਈ। ਰੱਬ ਵਿਤਕਰੇ ਕਰਦਾ। ਦੋ ਨੇਤਾ ਇਲੈਕਸ਼ਨ 'ਚ ਖਲੋਂਦੇ ਨੇ, ਦੋਵੇਂ ਪ੍ਰਮਾਤਮਾ ਦੇ ਉਪਾਸ਼ਕ ਨੇ, ਰੱਬ ਨੂੰ ਮੰਨਦੇ ਨੇ, ਦੋਵਾਂ ਨੇ ਇੱਦਾਂ ਕਹਿ ਲਓ ਸਿੱਧੀ ਭਾਸ਼ਾ, ਦੋਵਾਂ ਨੇ ਅਖੰਡ ਪਾਠ ਸੁੱਖ ਦਿੱਤੇ। ਇੱਕ ਨਸ਼ੇ ਵੇਚ ਕੇ, ਭੁੱਕੀ ਵੰਡ ਕੇ, ਨਸ਼ੇ ਵੰਡ ਕੇ ਇਲੈਕਸ਼ਨ ਜਿੱਤ ਗਿਆ, ਉਹ ਤਾਂ ਢੋਲ ਵਜਾ ਰਿਹਾ। ਉਹਦੇ ਵਾਸਤੇ ਤੇ ਗ੍ਰੰਥੀ ਸਿੰਘ ਵੀ ਅਰਦਾਸਾਂ ਕਰ ਰਿਹਾ, ਮਹਾਰਾਜ ਸੇਵਕ ਕੋ ਸੇਵਾ ਬਣਾਈ, ਇਹ ਤਾਂ ਮਾਣ ਦਿੱਤਾ ਤੁਸੀਂ। ਹੁਣ ਇਹਦਾ ਅਰਥ ਹੈ ਵੀ ਰੱਬ ਵਿਤਕਰੇ ਕਰਦਾ। ਸੋਚ ਕੇ ਵੇਖਿਓ ਅਸੀਂ ਖਲੋਤੇ ਕਿੱਥੇ ਹਾਂ। ਸਾਨੂੰ ਲੱਗਦਾ ਜੋ ਮੈਂ ਗਲਤ ਮੰਗ ਰਿਹਾ ਉਹ ਵੀ ਮੇਰੀ ਤੇ ਪੂਰੀ ਹੋ ਰਹੀ, ਮੈਂ ਮੰਗਿਆ ਸੀ ਤਾਂ ਮਿਲਿਆ ਸਾਨੂੰ। ਇਸੇ ਕਰਕੇ ਸਾਡੇ ਸਮਾਜ ਵਿੱਚ ਪਖੰਡਵਾਦ ਨੇ ਜਨਮ ਲਿਆ। ਅਸੀਂ ਬਰੀਕੀ ਨੂੰ ਨਹੀਂ ਸਮਝ ਪਾਏ। ਪਾਤਸ਼ਾਹ ਇੱਥੇ ਕਹਿੰਦੇ ਨੇ ਮੱਤ ਭਵਈ, ਸਾਡੀ ਮੱਤ ਉਲਟੀ ਹੋ ਗਈ, ਭੌਂ ਗਈ। ਜਿਵੇਂ ਆਪਾਂ ਕਹਿੰਦੇ ਬੰਦਾ ਭੌਂ ਗਿਆ, ਉਹ ਤੇ ਹੁਣ ਭਾਈ ਹੁਣ ਉਹਦੀ ਸੋਚ ਬਦਲ ਗਈ ਹੈ। ਮੱਤ ਭਵੀ ਕਿਹਦੇ ਵੱਲੋਂ? ਹੁਕਮ ਵੱਲੋਂ ਮੱਤ ਭੌਂ ਗਈ ਹੈ। ਫਿਰ ਚੱਲ ਚਿੱਤ ਤੇ ਚੰਚਲ ਚਿੱਤ ਹੋ ਕੇ ਤੁਰਿਆ ਫਿਰਦਾ, ਟਿਕਾ ਨਹੀਂ ਹੈਗਾ ਜੀਵਨ 'ਚ। ਮਨਮੁਖ ਸਹੁੰ ਕਰ ਦੋਸਤੀ, ਮਨ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਉਣ ਵਾਲਾ ਬੰਦਾ, ਜਿਹਦੀ ਮੱਤ ਅਕਾਲ ਪੁਰਖ ਦੇ ਨਿਯਮ ਵੱਲੋਂ ਟੁੱਟੀ ਹੋਈ ਹੈ, ਉਲਟੀ ਹੋਈ ਹੈ, ਉਹਦੇ ਨਾਲ ਜਦੋਂ ਤੂੰ ਦੋਸਤੀ ਕਰੇਗਾ, ਮਨਮੁੱਖਾਂ ਕਿਹੜੀ ਦੋਸਤੀ। ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਲ ਤੂੰ ਰਿਸ਼ਤੇਦਾਰੀ ਵੀ ਪਾਲੇਂਗਾ ਤੇ ਕਿੰਨੀ ਕੁ ਨਿਭੇਗੀ ਭਲਾ। ਮਨਮੁਖ ਸਹੁੰ ਕਰ ਦੋਸਤੀ, ਸੁਖ ਕੇ ਪੁੱਛੈ ਮਿੱਤ। ਫਿਰ ਪਿਆਰਿਆ ਸੁੱਖ ਦੀ ਆਸ ਕਿੱਥੋਂ ਲਾਏਗਾ ਵੀ? ਦੋਸਤੀ ਪਾਉਣੀ ਉਹਦੇ ਨਾਲ ਜਿਹਨੇ ਮਨ ਨੂੰ ਮੁੱਖ ਰੱਖ ਕੇ ਜ਼ਿੰਦਗੀ ਬਤੀਤ ਕੀਤੀ ਹੈ, ਤੇ ਆਸ ਲਾਉਣੀ ਸੁੱਖ ਦੀ। ਇਹ ਦੋ ਗੱਲਾਂ ਤੇ ਇੱਕ ਤਲਵਾਰ ਵਿੱਚ, ਇੱਕ ਮਿਆਂ 'ਚ ਦੋ ਤਲਵਾਰਾਂ ਤਾਂ ਨਹੀਂ ਪੈਂਦੀਆਂ ਕਦੀ ਵੀ। ਪੈਂਦੀ ਹੈ। ਤੂੰ ਦੋਸਤੀ ਕਰੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਲ, ਤੇ ਆਸ ਵਿੱਚੋਂ ਲਾਵੇਂ ਉਹਦਾ ਬੈਨੀਫਿਟ ਇਹ ਲੱਭੇ ਵੀ ਮੈਨੂੰ ਸੁੱਖ ਮਿਲੇ, ਇਹ ਦੋ ਗੱਲਾਂ ਨਹੀਂ ਹੋਣੀਆਂ। ਨਾ ਨਾ ਨਾ, ਕਿਉਂਕਿ ਤੂੰ ਤਾਂ ਸਾਂਝ ਪਾਈ ਹੈ ਮਨ ਦੇ ਪਿੱਛੇ ਤੁਰਨ। ਕਿਉਂਕਿ ਮਨਮੁਖ ਜਿਹੜਾ ਬੰਦਾ ਹੈ, ਜਦੋਂ ਆਪਾਂ ਉਹਦੀ ਜ਼ਿੰਦਗੀ ਦੀ ਸ਼ੈਲੀ ਵੇਖਦੇ ਹਾਂ, ਜ਼ਿੰਦਗੀ ਜਿਉਣ ਦਾ ਤਰੀਕਾ, ਜਿਹਨੇ ਮਨ ਨੂੰ ਮੁੱਖ ਰੱਖ ਕੇ ਜੀਵਨ ਨੂੰ ਬਤੀਤ ਕੀਤਾ, ਉਹਦਾ ਜ਼ਿੰਦਗੀ 'ਚ ਫੈਸਲੇ ਆਪਣੇ ਮਨ ਦੇ ਮੁਤਾਬਕ ਕਰਦਾ। ਦੂਜੇ ਬੰਨੇ ਗੁਰਮੁਖ ਹੈ, ਜਿਹੜਾ ਹਰ ਫੈਸਲਾ, ਹਰ ਕਦਮ ਚੁੱਕਣ ਲੱਗਿਆ ਪਹਿਲਾਂ ਗੁਰੂ ਦੀ ਵਿਚਾਰਧਾਰਾ ਵੱਲ ਵੇਖਦਾ ਵੀ ਕਿਤੇ ਗੁਰੂ ਦੇ ਸਿਧਾਂਤ ਨੂੰ ਪਿੱਠ ਤਾਂ ਨਹੀਂ ਦੇ ਰਿਹਾ ਮੈਂ। ਹੁਣ ਜਦੋਂ ਮਨਮੁਖ ਬੰਦੇ ਨਾਲ ਤੂੰ ਦੋਸਤੀ ਪਾਵੇਂਗਾ, ਜਿਹੜਾ ਤੇਰੀ ਉਹਦੇ ਨਾਲ ਵਰਤੋਂ ਵਿਹਾਰ ਹੋਏਗਾ, ਤੇਰੀ ਉਹਦੇ ਨਾਲ ਸਾਂਝ ਪਵੇਗੀ, ਸੁੱਖ ਦੀ ਪ੍ਰਾਪਤੀ ਕਿੱਥੋਂ ਹੋਏਗੀ? ਤੈਨੂੰ ਟਿਕਾ ਕਿੱਥੋਂ ਆਏਗਾ? ਕਿਉਂ? ਕਿਉਂਕਿ ਉਹਦੀ ਮੱਤ ਤੇ ਭਵੀ ਹੋਈ ਹੈ, ਉਹਦੀ ਮੱਤ ਤੇ ਟੁੱਟੀ ਹੋਈ ਹੈ। ਹੁਣ ਅੱਗੇ ਸ਼ਬਦ ਵਰਤੇ, ਕਹਿੰਦੇ ਸੁੱਖ ਕੇ ਪੁੱਛੇ ਮਿੱਤ। ਕੀ ਪੁੱਛਦਾ ਭਾਈ? ਕੇ ਪੁੱਛੇ ਮਿੱਤ ਦਾ ਅਰਥ ਕੀ ਆਸ ਲਾ ਕੇ ਬੈਠਾ ਸੁੱਖ ਦੀ ਤੂੰ? ਅੱਗੇ ਕਹਿੰਦੇ ਨੇ ਗੁਰਮੁਖ ਸਹੁੰ ਕਰ ਦੋਸਤੀ, ਆਏ ਮੇਰੇ ਗੁਰਮੁਖ ਨਾਲ ਦੋਸਤੀ, ਜਿਹੜਾ ਗੁਰੂ ਨੂੰ ਸਨਮੁਖ ਰੱਖ ਕੇ ਜ਼ਿੰਦਗੀ ਜਿਉਂਦਾ ਹੈ। ਤਾਂ ਹੀ ਬਾਣੀ 'ਚ ਬਾਰ-ਬਾਰ ਆਪਾਂ ਇਹ ਸ਼ਬਦ ਪੜ੍ਹੇ ਆ,
ਦੇਖੋ ਰਿਸ਼ਤੇਦਾਰੀ ਵੀ ਉੱਥੇ ਨਿਭਦੀ ਜਿੱਥੇ ਤੁਹਾਡੇ ਵਿਚਾਰ ਵੀ ਉੱਥੇ ਮਿਲਦੇ। ਆਪਾਂ ਪਹਿਲਾਂ ਵੀ ਗੱਲ ਕੀਤੀ, ਬੱਸ ਵਿੱਚ ਤੁਸੀਂ ਨਾ 3-4 ਘੰਟੇ ਦਾ ਸਫ਼ਰ ਕਰਨਾ ਹੋਵੇ, ਤੁਹਾਡੇ ਲਾਗੇ ਕੋਈ ਸਵਾਰੀ ਤੋਂ ਚੰਗੀ ਬੈਠੀ ਹੋਵੇ, ਤੁਹਾਡੇ ਵਿਚਾਰਾਂ ਵਾਲੀ ਬੈਠੀ ਹੋ, ਤਾਂ ਤੁਹਾਡਾ ਸਫ਼ਰ ਬਹੁਤ ਸੌਖਾ ਲੰਘਦਾ। ਤੁਸੀਂ ਜਦੋਂ ਉੱਤਰ ਲੱਗਦੇ ਹੋ ਜਾਂ ਉਹ ਉੱਤਰ ਲੱਗਦਾ ਹੈ, ਤੁਸੀਂ ਇੱਦਾਂ ਨਹੀਂ ਕਹਿੰਦੇ ਯਾਰ ਸਫ਼ਰ ਦਾ ਪਤਾ ਨਹੀਂ ਲੱਗਾ, ਕਿਉਂਕਿ ਤੁਸੀਂ ਵਿਚਾਰ ਕਰਦੇ ਹੋ ਉਹਦੇ ਨਾਲ। ਤੁਹਾਡੇ ਲਾਗੇ ਕੋਈ ਵਿਅਕਤੀ ਤੁਹਾਡੇ ਵਿਚਾਰਾਂ ਨਾਲ ਨਾ ਮੇਲ ਖਾਂਦੇ ਹੋਣ, ਉਹਦੇ ਵਿਚਾਰ ਬਹਿ ਜਾਵੇ, ਔਖਾ ਨਾ ਸਫ਼ਰ ਕਰਨਾ। ਜਿੱਥੇ ਰਿਸ਼ਤੇਦਾਰੀ ਬਣ ਜਾਏ, ਪਤੀ ਪਤਨੀ ਦੇ ਵਿਚਾਰ ਨਾਲ ਰਲਦੇ ਹੋਣ, ਤੇ ਕਿੰਨਾ ਔਖਾ ਜੀ ਇੱਕ ਮਕਾਨ, ਇੱਕ ਛੱਤ ਥੱਲੇ ਰਹਿਣਾ ਸਾਰਾ ਜੀਵਨ। ਠੀਕ ਹੈ, ਜ਼ਿੰਦਗੀਆਂ ਲੰਘ ਰਹੀਆਂ ਨੇ, ਪਰ ਵਿਚਾਰ ਤੇ ਇੱਕ ਨਹੀਂ ਹੈਗੇ। ਉਹ ਲਾਵਾਂ ਜਦੋਂ ਹੁੰਦੀਆਂ ਨੇ, ਆਪਾਂ ਕਹਿੰਦੇ ਹਾਂ ਵੀ ਧਨ ਪੇਰਾ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪੇਰ ਕਈ ਸੋਏ। ਵਿਚਾਰ ਤੇ ਇੱਕ ਹੋਣੇ ਚਾਹੀਦੇ ਨਾ, ਦੋਵਾਂ ਦੇ ਵਿਚਾਰ ਇੱਕ ਹੋਣ। ਤੇ ਇਹਦਾ ਅਰਥ ਇਹ ਵੀ ਨਾ ਲੈ ਲਿਓ ਕੱਲ੍ਹ ਨੂੰ ਇੱਕ ਬੇਈਮਾਨੀ ਕਰਦਾ, ਦੂਜਾ ਵੀ ਬੇਈਮਾਨੀ ਕਰਨ ਦੀ ਸਲਾਹ ਦਿੰਦੀ ਹੈ, ਤੇ ਇੱਥੇ ਦੇ ਵਿਚਾਰ ਇੱਕ ਨਾ। ਇੱਥੇ ਚੰਗੇ ਵਿਚਾਰਾਂ ਦੀ ਗੱਲ ਹੋ ਰਹੀ ਆ, ਨਿਰਮਲ ਵਿਚਾਰ, ਗੁਰੂ ਵਾਲੇ ਵਿਚਾਰ, ਗੁਣਾਂ ਵਾਲੇ ਵਿਚਾਰ ਇੱਕ ਹੋਣ, ਤੇ ਧਨ ਪੇਰ ਕਈ ਸੋਏ। ਫਿਰ ਸਰੀਰ ਬਾਹਰੋਂ ਵੇਖਣ ਨੂੰ ਦੋ ਲੱਗਦੇ ਨੇ, ਪਰ ਦੋਨਾਂ ਦੀ ਵਿਚਾਰਧਾਰਾ ਇੱਕ ਹੈ। ਉਹ ਬੈਕੁੰਠ ਸਵਰਗ ਬਣ ਜਾਂਦਾ ਫਿਰ ਉੱਥੇ, ਜਿੱਥੇ ਵਿਚਾਰ ਇੱਕ ਨਹੀਂ, ਜਿੱਥੇ ਸੋਚ ਇੱਕ ਨਹੀਂ। ਟਕਰਾਅ ਤੇ ਸੋਚਦਾ ਹੀ ਹੈ। ਜੇ ਸੋਚ ਦਾ ਟਕਰਾਅ ਨਾ ਹੋਵੇ, ਤੇ ਬੱਚੇ ਤੇ ਉਹੀ ਹੁੰਦੇ, ਉਹੀ ਤੇ ਭੈਣ ਭਰਾ ਹੁੰਦੇ, ਇੱਕ ਦੂਜੇ ਦੇ ਕੱਪੜੇ ਪਾਉਂਦੇ। ਜਿਉਂ-ਜਿਉਂ ਵੱਡੇ ਹੁੰਦੇ ਆ, ਸੋਚ ਬਦਲਦੀ ਜਾਂਦੀ ਹੈ। ਭਰਾ ਨੂੰ ਭਰਾ ਨਫ਼ਰਤ ਕਰਨ ਲੱਗ ਪੈਂਦਾ। ਅੱਜ ਹੱਥ ਥੋੜ੍ਹਾ ਬਦਲ ਗਿਆ, ਅੱਜ ਅੱਖਾਂ ਥੋੜ੍ਹਾ ਬਦਲ ਗਈਆਂ, ਅੱਜ ਕੋਈ ਸਰੀਰ ਦੇ ਅੰਗ ਬਦਲ ਗਏ ਨੇ, ਵਿਚਾਰ ਬਦਲ ਗਏ। ਨਹੀਂ, ਇੱਕ ਦੂਜੇ ਲਾਗੇ ਬਹਿਣਾ ਪਸੰਦ ਕਰਦੇ ਹੁੰਦੇ। ਗੁਰਮੁਖ ਸਹੁੰ ਕਰ ਦੋਸਤੀ, ਸਤਿਗੁਰ ਸਹੁੰ ਲਾਏ ਚਿੱਤ। ਗੁਰਮੁਖ ਨਾਲ ਦੋਸਤੀ ਕਰਕੇ ਸਤਿਗੁਰ ਨਾਲ ਜੁੜ ਗਿਆ ਚਿੱਤ। ਹੁਣ ਇਹਦਾ ਬੈਨੀਫਿਟ ਕੀ ਨਿਕਲਿਆ? ਨਤੀਜਾ ਕੀ ਨਿਕਲਿਆ? ਨਤੀਜਾ ਨਿਕਲਿਆ ਜੰਮਣ ਮਰਨ ਕਾ ਮੂਲ ਕੱਟੀਏ। ਜਿਹੜਾ ਮੂਲ ਸੀ ਨਾ, ਮੁੱਢ ਜੰਮਣ ਮਰਨ ਦੀ ਖੇਡ ਜਿੱਥੋਂ ਸ਼ੁਰੂ ਹੁੰਦੀ ਸੀ। ਜੰਮਣ ਮਰਨਾ ਹੀ ਹੈ। ਕਿਸੇ ਦਾ ਤਨ ਵੇਖ ਕੇ ਮਰ ਜਾਣਾ, ਕਿਸੇ ਦਾ ਘਰ ਵੇਖ ਕੇ ਮਰ ਜਾਣਾ, ਕਿਸੇ ਦੀ ਤਰੱਕੀ ਵੇਖ ਕੇ ਮਰ ਜਾਣਾ ਅੰਦਰੋਂ, ਜਿਹਨੂੰ ਜੈਲਸੀ ਕਹਿੰਦੇ, ਆਪਾਂ ਸਾੜਾ ਕਹਿੰਦੇ ਹਾਂ। ਕਿਸੇ ਦਾ ਕੱਪੜਾ ਵੇਖ ਕੇ ਮਰ ਜਾਣਾ, ਕਿਸੇ ਦੀ ਜਾਇਦਾਦ ਵੇਖ ਕੇ ਅੰਦਰੋਂ ਅੱਗ ਲੱਗ ਜਾਣੀ, ਕਿਸੇ ਦਾ ਬੱਚਾ ਅੱਗੇ ਲੰਘਦਿਆਂ ਵੇਖ ਕੇ, ਕਿਸੇ ਦਾ ਕਾਰੋਬਾਰ ਵੇਖ ਕੇ। ਬੜੀ ਵੱਡੀ ਪ੍ਰੋਬਲਮ ਹੈ। ਇਹਨੂੰ ਜਦੋਂ ਈਰਖਾ ਦੀ ਗੱਲ ਕੀਤੀ ਨਾ ਬਾਣੀ 'ਚ, ਇਹਨੂੰ ਪਰਾਈ ਤਾਤ ਪਤਾ ਕਿਉਂ ਆਖਿਆ? ਪਰਾਈ ਤਾਤ ਇਹ ਆਖਿਆ ਕਿ ਕਾਰੋਬਾਰ ਕਿਸੇ ਨੇ ਸ਼ੁਰੂ ਕੀਤਾ ਤੇ ਸੜ ਮੈਂ ਰਿਹਾ ਵਾਂ, ਇਹ ਪਰਾਈ ਤਾਤ ਹੀ ਹੋ ਗਈ ਨਾ। ਪਿਆ ਉੱਦਾਂ ਤਾਂ ਆਪਾਂ ਦੂਜੇ ਦੀ ਵਸਤੂ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ ਆ। ਇਹ ਆਪਾਂ ਦੂਜੇ ਦੀ ਸਾਂਭੀ ਬੈਠੇ ਹਾਂ। ਗੱਡੀ ਉਹਨੇ ਲਈ ਹੈ, ਕਾਰ ਉਹਨੇ ਲਈ ਆ, ਰੈਸਟੋਰੈਂਟ ਉਹਨੇ ਖੋਲ੍ਹਿਆ, ਬਿਜ਼ਨਸ ਉਹਨੇ ਖੋਲ੍ਹਿਆ, ਤੇ ਨੀਂਦ ਮੈਨੂੰ ਨਹੀਂ ਰਾਤ ਆਪਣੇ ਘਰ ਆ ਰਹੀ। ਇਹ ਪਰਾਈ ਚੀਜ਼ ਹੀ ਹੋ ਗਈ ਨਾ। ਪਰਾਈ ਤਾਤ ਤਾਂ ਆਖਿਆ ਵੀ ਘਰੋਂ ਅੱਗੇ ਉਹ ਲੰਘ ਰਿਹਾ, ਉਹ ਤਾਂ ਸੁੱਤਾ ਪਿਆ ਹੈ। ਅੱਛਾ, ਕਮਾਲ ਦੀ ਗੱਲ, ਉਸ ਬੰਦੇ ਨੇ ਲੋਨ ਲਿਆ, ਲੋਨ ਲੈ ਕੇ ਕਾਰੋਬਾਰ ਸ਼ੁਰੂ ਕਰ ਲਿਆ, ਕਿਸ਼ਤਾਂ ਤੇ ਉਹਨੇ ਗੱਡੀ ਲਈ, ਤੈਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ। ਸਗੋਂ ਨੀਂਦ ਤੇ ਉਹਨੂੰ ਨਹੀਂ ਆਉਣੀ ਚਾਹੀਦੀ। ਜਿਹਨੇ ਕਿਸ਼ਤਾਂ ਤੇ ਗੱਡੀ ਲਈ, ਸੌਵੇਂ ਉਹ ਨਾ। ਉਹ ਕਵੇ ਮੈਂ ਡਾਊਨ ਪੇਮੈਂਟ ਕੀਤੀ 2 ਲੱਖ, ਬਾਕੀ ਮੈਨੂੰ ਅਜੇ 10 ਲੱਖ ਦੇਣਾ ਪੈਣਾ। ਸੌਵੇਂ ਤੇ ਉਹ ਸੁੱਤਾ ਪਿਆ ਰਾਤ ਨੂੰ ਰਮਾਨ। ਉਹਨੂੰ ਪਤਾ ਵੀ ਇੰਨੀ ਮੇਰੀ ਇਨਕਮ ਹੈ, ਇੱਚੋਂ ਮੈਂ ਇੰਨੀ ਕਿਸ਼ਤ ਦੇ ਜਾਣੀ ਆ। ਤੇ ਲਾਗੇ ਜਾ ਕੌਣ ਰਿਹਾ? ਗੁਆਂਢੀ ਜਾਗ ਰਿਹਾ। ਹਾਏ, ਪਤਾ ਨਹੀਂ ਕਿੱਥੋਂ ਗੱਡੀਆਂ ਲਈ ਆਉਂਦੇ। ਆਹ ਹੈ ਜੰਮਣ ਮਰਨਾ। ਐਵੇਂ ਮਗਰੋਂ ਅਸੀਂ ਕਿਲ ਕਿਲ ਕੇ ਜ਼ੋਰ ਲਾਈ ਜਾਂਦੇ, ਮਹਾਰਾਜ ਜੰਮਣ ਮਰਨਾ ਤੋਂ ਮੁਕਤ ਕਰੋ। ਸਾਰੀ ਜ਼ਿੰਦਗੀ ਤੇ ਅਸੀਂ ਜੂਨਾ ਭੋਗੀ ਜਾਂਦੇ ਹਾਂ। ਸਾਡੇ ਇਸੇ ਕਰਕੇ ਤੇ ਅਗਲਿਆਂ ਨੂੰ ਆਪਣੀਆਂ ਕੋਠੀਆਂ ਦੇ ਬਾਹਰ ਨਜ਼ਰ ਵੱਟੂ ਟੰਗਣੇ ਪੈਂਦੇ ਆ, ਡਰਾਉਣੀਆਂ ਜਿਹੀਆਂ ਫੋਟੋਆਂ। ਸਾਡੇ ਵੱਲ ਵੇਖ ਕੇ ਤੇ ਅਗਲਿਆਂ ਨੂੰ ਆਹ ਦੁਕਾਨਾਂ ਤੇ ਲਿਖਣਾ ਪੈਂਦਾ ਬੁਰੀ ਨਜ਼ਰ ਵਾਲੇ, ਘਰਾਂ ਦੇ ਬਾਹਰ ਫੋਟੋਆਂ ਲਾਉਣੀਆਂ ਪੈਂਦੀਆਂ, ਗੱਡੀਆਂ ਮਗਰ ਲਿਖਣਾ ਪੈਂਦਾ, ਟਰੱਕਾਂ ਮਗਰ ਬੁਰੀ ਨਜ਼ਰ ਵਾਲੇ, ਤੇਰਾ ਮੂੰਹ ਕਾਲਾ। ਇੱਥੋਂ ਪਤਾ ਲੱਗਦਾ ਨਾ ਵੀ ਅਸੀਂ ਮਾਨਸਿਕ ਤੌਰ ਤੇ ਬਿਮਾਰ ਆ। ਹੁਣ ਇਹਨੂੰ ਪਰਾਈ ਤਾਂ ਆਖਿਆ ਵੀ ਕਾਰੋਬਾਰ ਉਹਨੇ ਸ਼ੁਰੂ ਕੀਤਾ ਤੇ ਸੌ ਮੈਂ ਨਹੀਂ ਰਿਹਾ। ਪੜ੍ਹਦਾ ਉਹ ਆ, ਪੜ੍ਹਦੀ ਉਹਦੀ ਬੇਟੀ ਆ, 99% ਨੰਬਰ ਉਹਦੇ ਹੋਣੇ ਆ। ਰਾਤ ਨੂੰ ਉਹ ਜਾਗਦੀ ਆ ਪੜ੍ਹਨ ਵਾਸਤੇ, ਮਿਹਨਤ ਕਰਦੇ ਆ। ਉਹਨਾਂ ਹੋਸਟਲਾਂ ਦੇ ਖਰਚੇ ਮਾਂ-ਬਾਪ ਦੇ ਰਹੇ ਆ। ਉਹਨਾਂ ਨੂੰ ਫਿਕਰ ਆ ਵੀ ਅਸੀਂ ਆਪਣੇ ਬੱਚੇ ਨੂੰ ਇੱਥੇ ਪੜ੍ਹਾ ਰਿਹਾ, ਇੰਨਾ ਅਸੀਂ ਕਰਜ਼ਾ ਲਿਆ ਪੜ੍ਹਾਈ ਤੇ। ਉਹਨਾਂ ਨੂੰ ਜਾਗਣਾ ਚਾਹੀਦਾ। ਸਗੋਂ ਉਹ ਸੁੱਤੇ ਆ, ਗਵਾਂਢੀ ਲਾਗੇ ਜਾ ਰਹੇ, ਹਾਏ ਇਹਨਾਂ ਦੇ ਪਤਾ ਨਹੀਂ ਇੰਨੇ ਨੰਬਰ ਕਿੱਦਾਂ ਆ ਗਏ। ਪਰਾਈ ਤਾਤ ਹੀ ਹੋ ਗਈ ਨਾ। ਧਿਆਨ ਨਾਲ ਵੇਖਿਓ, ਅਸੀਂ ਦੂਜਿਆਂ ਦੀ ਤਰੱਕੀ ਵੱਲ ਵੇਖ ਕੇ ਮਰੀ ਜਾ ਰਹੇ ਹਾਂ, ਤੇ ਮਗਰੋਂ ਪੰਡਤ, ਜੋਤਸ਼ੀ, ਬਾਬੇ, ਸਿਆਣੇ ਪਾਂਦੇ, ਉਹਨਾਂ ਕੋਲੋਂ ਅਰਦਾਸਾਂ ਕਰਾਉਂਦੇ ਵੀ ਇਹ ਜੰਮਣ ਮਰਨਾ ਇਹਦਾ ਮੁੱਕ ਜੇ। ਹੁਣ ਇੱਥੇ ਸ਼ਬਦ ਕੀ ਵਰਤਿਆ? ਜੰਮਣ ਮਰਨ ਕਾ ਮੂਲ ਕੱਟੀਏ। ਕਦੋਂ? ਜਦੋਂ ਸਤਿਗੁਰ ਦੇ ਨਾਲ ਦੋਸਤੀ ਹੋ ਗਈ ਮੇਰੀ, ਉਦੋਂ ਜੰਮਣ ਮਰਨ ਵਾਲਾ ਜਿਹੜਾ ਮੂਲ ਆ ਨਾ, ਮੁੱਢ ਆ, ਉਹ ਮੁੱਢ ਖਤਮ ਹੋ ਜਾਣਾ। ਜੜ ਹੈ ਨਾ, ਜੜ ਪੁੱਟੀ ਜਾਣੀ।
ਤਾਂ ਸੁਖ ਹੋਵੇ ਹੀ ਮਿੱਤ। हे ਮਿੱਤਰ, ਏਦਾਂ ਸੁਖੀ ਹੋਏਗਾ ਤੂੰ। ਆਹ ਹੈ ਸੁਖੀ ਹੋਣ ਦਾ ਮੇਨ ਤਰੀਕਾ। ਹੋਰ ਕੋਈ ਤਰੀਕਾ ਨਹੀਂ ਸੁਖੀ ਹੋਣ ਦਾ। ਜਿੱਥੇ ਮਰਜ਼ੀ ਭੱਜ ਲਾ, ਸੁਖੀ ਹੋਣ ਦਾ ਤਰੀਕਾ ਹੈ। ਨਿਯਮ ਪਰਮੇਸ਼ਰ ਦਾ ਸਾਰੀ ਕਾਇਨਾਤ ਤੇ ਲਾਗੂ ਆ। ਜਿਹੜਾ ਉਹਦੇ ਨਿਯਮ ਦੀ ਪਾਲਣਾ ਕਰਦਾ ਸੁਖੀ ਹੋ ਜਾਂਦਾ। ਜਿਹੜਾ ਉਹਦੇ ਨਿਯਮ ਵੱਲੋਂ ਆਪਣੀ ਮੱਤ ਨੂੰ ਫੇਰ ਲੈਂਦਾ ਉਹ ਦੁੱਖਾਂ ਵਾਸਤੇ ਤਿਆਰ ਰਵੇ। ਜਿੱਦਾਂ ਦਾ ਤੂੰ ਬੀਜਿਆ ਉਹ ਵੱਢਣ ਲਈ ਤਿਆਰ ਰਹਿ। ਖੇਤ ਸਰੀਰ ਜੋ ਆਪੇ ਬੀਜ ਆਪੇ ਹੀ ਖਾਹੋ। ਖੇਤ ਸਰੀਰ ਜੋ ਬੀਜਿਆ ਅੰਤ ਖਲੋਆ ਆਏ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਏ ਨਿਆਉ। ਜੋ ਤੂੰ ਬੀਜਿਆ, ਕਿਉਂਕਿ ਬੀਜਣਾ, ਹੁਣ ਵੇਖੋ ਧਰਤੀ ਹੈ, ਧਿਆਨ ਨਾਲ ਸੁਣਿਓ। ਜ਼ਮੀਨ ਪਈ ਇੱਦਾਂ ਪੂਰੀ ਤਿਆਰ ਕੀਤੀ, ਵੱਤਰ ਆ ਗਈ ਹੈ, ਜ਼ਮੀਨ ਤਿਆਰ ਹੈ। ਜ਼ਮੀਨ ਨੇ ਨਹੀਂ ਕਹਿਣਾ ਕਿਸਾਨ ਨੂੰ ਮੇਰੇ ਚਾਹ ਬੀਜ ਪਾ। ਮਰਜ਼ੀ ਕਿਸਾਨ ਦੀ ਆ। ਜ਼ਮੀਨ ਕਹਿੰਦੀ ਆ ਤੂੰ ਆਜ਼ਾਦ ਹੈ ਕਿਸਾਨ ਨੂੰ। ਧਿਆਨ ਨਾਲ ਸੁਣ, ਜ਼ਮੀਨ ਕਹਿੰਦੀ ਕਿਸਾਨ ਨੂੰ ਤੂੰ ਆਜ਼ਾਦ ਹੈ, ਤੂੰ ਜੋ ਬੀਜਣਾ ਬੀਜ ਦੇ। ਬੀਜਣ ਤੋਂ ਬਾਅਦ ਫਿਰ ਮੇਰੇ ਹੱਥ ਆ। ਤੂੰ ਜਿੰਨੀ ਖਾਦ ਪਾਏਗਾ, ਜਿੰਨਾ ਪਾਣੀ ਦੇਵੇਂਗਾ, ਜਿੰਨਾ ਦੇਵੇਂਗਾ। ਬੀਜਣ ਤੋਂ ਪਹਿਲਾਂ ਫੈਸਲਾ। ਹੁਣ ਤੂੰ ਬੀਜੀ ਮੱਕੀ ਹੈ ਤਾਂ ਤੂੰ ਮੇਰੇ ਗਾੜੀ ਅਰਦਾਸਾਂ ਕਰੀ ਜਾਵੇਂ ਵਿੱਚੋਂ ਮੈਂ ਕਣਕ ਉਗਾ ਦਿਆਂ। ਬੀਜਾ ਤੂੰ ਕਿੱਕਰ ਦਾ ਪੌਦਾ ਹੈ, ਦਰਖਤ ਹੈ, ਤੂੰ ਕਵੇਂ ਤੈਨੂੰ ਅੰਗੂਰ ਲੱਗ ਜਾਣ। ਇੱਦਾਂ ਨਹੀਂ ਹੋਣਾ। ਬੀਜਣ ਤੋਂ ਪਹਿਲਾਂ ਸੋਚ ਲਾ। ਇੱਦਾਂ ਪਰਮੇਸ਼ਰ ਦਾ ਨਿਯਮ ਹੈ। ਬੀਜਣ ਤੋਂ ਪਹਿਲਾਂ ਸੋਚ ਲਾ ਤੂੰ ਬੀਜ ਕੀ ਰਿਹਾ ਹੈ। ਜੋ ਬੀਜੇਗਾ ਬੀਜਣ ਤੋਂ ਪਹਿਲਾਂ ਤੂੰ ਆਜ਼ਾਦ ਹੈ। ਇੱਕ ਗੱਲ ਦਾ ਖਿਆਲ ਰੱਖਿਓ ਪਿਆਰਿਓ, ਕਰਮ ਕਰਨ ਤੋਂ ਪਹਿਲਾਂ ਅਸੀਂ ਆਜ਼ਾਦ ਹਾਂ। ਕਰਮ ਕਰਨ ਤੋਂ ਬਾਅਦ ਅਸੀਂ ਆਜ਼ਾਦ ਨਹੀਂ ਹੈਗੇ। ਮਤਲਬ ਤੁਸੀਂ ਚੋਰੀ ਕਰਨੀ, ਕਿਤੇ ਚੋਰੀ ਕਰਨ ਤੋਂ ਪਹਿਲਾਂ ਤੁਸੀਂ ਆਜ਼ਾਦ ਹੈ, ਨਹੀਂ ਕੀਤੀ ਅਜੇ। ਕਰਮ ਕਰਨ ਤੋਂ ਪਹਿਲਾਂ ਤੁਸੀਂ ਆਜ਼ਾਦ ਹੀ, ਪਰ ਕਰਮ ਕਰ ਲਿਆ, ਹੁਣ ਤੁਹਾਡੀ ਆਜ਼ਾਦੀ ਖੂਹ 'ਚ ਪੈ ਗਈ ਹੈ। ਹੁਣ ਤੁਹਾਨੂੰ ਉਸ ਕਰਮ ਦੀ ਸਜ਼ਾ ਮਿਲ ਸਕਦੀ ਹੈ। ਕਰਮ ਕਰਨ ਤੋਂ ਪਹਿਲਾਂ ਅਸੀਂ ਆਜ਼ਾਦ ਹਾਂ। ਤੇ ਗੁਰੂ ਸਾਹਿਬ ਸਾਨੂੰ ਕਰਮ ਕਰਨ ਤੋਂ ਪਹਿਲਾਂ ਸਿੱਖਿਆ ਦਿੰਦੇ ਆ ਕਿ ਕਰਮ ਕਦਮ ਪੁੱਟਣ ਤੋਂ ਪਹਿਲਾਂ ਸੋਚ ਲਾ, ਆਹ ਕਦਮ ਪੁੱਟੇਗਾ ਤੇ ਇਹਦਾ ਆਹ ਨਤੀਜਾ ਹੈ, ਆਹ ਕਦਮ ਪੁੱਟੇਗਾ ਤੇ ਇਹਦਾ ਆਹ ਨਤੀਜਾ ਹੈ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬ੍ਰਿਖ ਕੋ ਦੋਏ ਫਲ ਲਾਏ। ਇੱਦਾਂ ਸਮਝੋ ਇੱਕ ਬਹੁਤ ਵੱਡਾ ਦਰਖਤ ਹੈ ਸੰਸਾਰ, ਉਹਦੇ ਥੱਲੇ ਆਪਾਂ ਖਲੋਤੇ ਹੋਏ ਹਾਂ। ਉਹਨੂੰ ਦੋ ਫਲ ਲੱਗੇ ਹੋਏ ਨੇ, ਜ਼ਹਿਰ ਦਾ ਤੇ ਅੰਮ੍ਰਿਤ ਦਾ। ਉਹ ਦੋਨੋਂ ਜਿਹੜੇ ਫਲ ਆ ਉਹਨੂੰ ਤੋੜਨ ਤੋਂ ਪਹਿਲਾਂ ਅਸੀਂ ਆਜ਼ਾਦ। ਫਲ ਤੋੜਨ ਤੋਂ ਬਾਅਦ ਅਸੀਂ ਆਜ਼ਾਦ ਨਹੀਂ। ਅਸੀਂ ਕਹੀਏ ਦੋਵੇਂ ਫਲ ਤੋੜ ਲਈਏ, ਨਹੀਂ, ਤੋੜਨਾ ਇੱਕ ਹੀ ਪੈਣਾ ਹੈ। ਕਿਉਂਕਿ ਦੋਵੇਂ ਨਹੀਂ ਤੋੜ ਸਕਦੇ। ਕਿਉਂਕਿ ਵਸਤੂ ਅੰਦਰ ਵਸਤੂ ਸਮਾਵੇ, ਦੂਜੀ ਹੋਵੇ ਪਾਸੇ ਕਰਨੀ ਪੈਣੀ ਪਹਿਲੀ ਵਸਤੂ। ਜਿਹੜੀ ਗੱਲ ਭਾਈ ਮੱਝ ਨੂੰ ਕਿਸੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਰਮ ਕਰਨ ਤੋਂ ਪਹਿਲਾਂ ਅਸੀਂ ਆਜ਼ਾਦ ਆ, ਕਰਮ ਕਰਨ ਤੋਂ ਬਾਅਦ ਆਜ਼ਾਦ ਨਹੀਂ ਅਸੀਂ। ਉਦੋਂ ਫਿਰ ਕਰਮ ਜੋ ਕੀਤੇ ਆ ਨਾ, ਉਹਨੇ ਫਿਰ ਉਗਣਾ। ਕੋਈ ਕਰਨੀ ਕਾਗਜ਼ ਹੈ ਨਾ, ਜਿਹੜੀ ਕਰਨੀ ਉਹ ਪੇਪਰ ਹੈ। ਮਨ ਮਸਵਾਣੀ ਆ, ਮਨ ਸ਼ਹਿਦ ਜਾਤਾ। ਬੁਰਾ ਭਲਾ ਦੋ ਲੇਖ, ਬੁਰਾ ਤੇ ਭਲਾ ਦੋ ਆਰਟੀਕਲ ਹੈ। ਕਿਹੜਾ ਲਿਖਣਾ ਅਜੇ ਤੇਰੇ ਕੋਲ ਟਾਈਮ ਹੈਗਾ ਹੈ। ਬੁਰਾ ਭਲਾ ਦੋ ਲੇਖ ਪਏ, ਜਿਉਂ ਕਿਰਤ ਚਲਾਏ। ਜਿੱਦਾਂ ਸਾਨੂੰ ਸੁਭਾਅ ਪ੍ਰੇਰਨਾ ਦਿੰਦਾ ਹੈ ਤਿਉਂ ਚੱਲੀਏ। ਤਉ ਗੁਣ ਨਾਹੀਂ ਅੰਤ ਹਰੇ, ਚੇਤਸ ਕੀ ਨਹੀਂ ਬਾਬਰਿਆ। ਹਰ ਬਿਸਰਤ ਤੇਰੇ ਗੁਣ ਗਲਿਆ। ਜਾਰੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਚੋਗ ਚੁਗੇ ਨਿਤ ਫਸੈ, ਝੂਠ ਸਮੂੜੇ ਕਮਣ ਗੁਣੀ। ਕਰਨੀ ਕਾਗਜ਼, ਬੜਾ ਕਰਨੀ ਹੈ ਨਾ ਪੇਪਰ। ਕਰੈਕਟਰ ਜਿਹੜਾ ਹੈ ਨਾ ਉਹ ਪੇਪਰ ਹੈ। ਮਨ ਦੇ ਵਿੱਚ ਜਿਹੜੇ ਸੰਸਕਾਰ ਇਕੱਠੇ ਕੀਤੇ ਸਿਆਹੀ ਹੈ। ਤੇ ਬੁਰਾ ਤੇ ਭਲਾ ਦੋ ਲੇਖ ਨੇ। ਹੁਣ ਜਿੱਦਾਂ ਦੇ ਸੰਸਕਾਰ ਇਕੱਠੇ ਕੀਤੇ ਉਦਾਂ ਦਾ ਆਰਟੀਕਲ ਲਿਖਿਆ ਜਾਣਾ। ਇਹਨੂੰ ਲੇਖ ਕਹਿੰਦੇ। ਇਹੋ ਭਾਗ ਆ। ਜਿਹਨੇ ਚੰਗੇ ਸੰਸਕਾਰ ਕੀਤੇ ਉਹਦੇ ਚੰਗੇ। ਹੁਣ ਜਿਹੜੇ ਖਿਡਾਰੀ ਅੱਜ ਖੇਡ ਕੇ ਆਏ ਨੇ, ਜਿਨ੍ਹਾਂ ਨੂੰ ਅੱਜ ਪੂਰੇ ਪਰਿਵਾਰ ਵਾਲੇ ਮਤਲਬ ਖੁਸ਼ੀ ਮਨਾ ਰਹੇ ਆ, ਪਿੰਡ ਵੀ ਮਾਣ ਕਰ ਰਿਹਾ, ਸਟੇਟ ਮਾਣ ਕਰ ਰਹੀ ਆ, ਦੇਸ਼ ਦੇ ਲੋਕ ਮਾਣ ਕਰ ਰਹੇ ਆ। ਹੁਣ ਅੱਜ ਸਾਨੂੰ ਉਹ ਗਰਾਊਂਡ ਵਿੱਚ ਖੇਡਦੇ ਤੇ ਦੱਸਿਆ, ਪਰ ਉਹਦੇ ਪਿੱਛੇ ਉਹ ਤਿਆਰੀ ਜਿਹੜੀ ਕਿੰਨਿਆਂ ਸਾਲਾਂ ਦੀ, ਇਹ ਨਹੀਂ ਕਿਸੇ ਨੇ ਵੇਖਣੀ। ਤਿਆਰੀ ਕਿੰਨਾ ਉਹਨਾਂ ਸਰੀਰ ਨੂੰ ਭੰਨਿਆ ਹੈ। ਜਦੋਂ ਲੋਕ ਸੁੱਤੇ ਸੀ ਉਹ ਗਰਾਊਂਡ ਵਿੱਚ ਕਿੰਨਾ ਟਾਈਮ ਦਿੰਦੇ ਸੀ, ਕਿੱਦਾਂ ਉਹ ਖੇਡਦੇ ਸੀ, ਕਿੰਨਾ ਉਹ ਮਿਹਨਤ ਕੀਤੀ ਹੈ। ਉੱਥੋਂ ਤੱਕ ਪਹੁੰਚਣ ਲਈ ਉਹਨਾਂ ਨੂੰ ਕਿੰਨੇ ਸਾਲ ਲੱਗੇ ਨੇ, ਤਾਂ ਜਾ ਕੇ ਉਹ ਉੱਭਰ ਕੇ ਸਮਾਜ ਦੇ ਸਾਹਮਣੇ ਉਹ ਚਿਹਰਾ ਆਇਆ। ਬਸ ਇੱਦਾਂ ਚੇਤਾ ਰੱਖਿਓ। ਇੱਦਾਂ ਸੰਸਾਰ 'ਤੇ ਤੁਸੀਂ ਕਿਤੇ ਜਾਣਾ ਹੈ, ਕਿਤੇ ਤੁਸੀਂ ਪਹੁੰਚਣਾ, ਤੇ ਉਹਦਾ ਪਿਛੋਕੜ ਵੇਖਿਆ ਜਾਣਾ, ਉਹਦਾ ਬੇਸ ਵੇਖਿਆ ਜਾਣਾ। ਜਿਉਂ ਕਿਰਤ ਚਲਾਏ, ਜਿੱਦਾਂ ਸਾਡਾ ਸੁਭਾਅ ਸਾਨੂੰ ਪ੍ਰੇਰਨਾ ਦਿੰਦਾ ਤਿਉਂ ਚੱਲੀਏ। ਤਉ ਗੁਣ ਨਾਹੀਂ
ਅੰਤ ਹਰੇ। ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਇਹੋ ਸਮਝਾਉਂਦੇ ਨੇ, ਨਾਨਕ ਹੁਕਮ ਵਰਤੈ ਖਸਮ ਕਾ, ਖਸਮ ਦਾ ਹੁਕਮ ਸਾਰੇ ਪੱਤਾ ਵੀ ਨਹੀਂ ਉਹਦੇ ਹੁਕਮ ਤੋਂ ਬਿਨਾਂ ਹਿਲ ਸਕਦਾ। ਜਿਹਨੂੰ ਆਪਾਂ ਕਹਿੰਦੇ ਪੱਤਾ ਵੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਹਿਲ ਸਕਦਾ। ਤੇ ਫਿਰ ਕਈ ਕਹਿੰਦੇ ਅੱਛਾ ਜੀ ਫਿਰ ਜੇ ਪਤਾ ਨਹੀਂ ਆਹ ਫਿਰ ਕਿੱਦਾਂ ਹੋ ਰਿਹਾ? ਭਾਈ ਜਿਹੜੇ ਉਹਦੇ ਹੁਕਮ ਦੀ ਪਾਲਣਾ ਕਰਦੇ ਸੁਖੀ ਆ, ਜਿਹੜੇ ਉਹਦੇ ਹੁਕਮ ਦੀ ਉਲੰਘਣਾ ਕਰਦੇ ਆ ਉਹ ਦੁਖੀ ਹੁੰਦੇ ਨੇ। ਤੇ ਸੁੱਖ ਦੁੱਖ ਦਾ ਸੰਬੰਧ ਕਦੀ ਬਾਹਰਲੇ ਪਦਾਰਥਾਂ ਨਾਲ ਨਾ ਲਾ ਲਿਓ ਵੀ ਉਹਦੇ ਕੋਲ ਗੱਡੀ ਬੜੀ ਵੱਡੀ, ਉਹਦੇ ਕੋਲ ਘਰ ਬੜਾ ਵੱਡਾ। ਇਹ ਮਾਪਦੰਡ ਕੋਈ ਸੁੱਖ ਦਾ ਨਹੀਂ ਹੈਗਾ ਨਾ। ਹੋ ਸਕਦਾ ਝੁੱਗੀ ਵਾਲਾ ਰਾਤ ਨੂੰ ਐ ਚੈਨ ਦੀ ਨਹੀਂ ਸੌਂਦਾ, ਉਹ ਤੇ ਮਹੱਲ ਵਾਲਾ ਰਾਤ ਨੂੰ ਜਾਗਤੇ ਰਹੋ ਤੇ ਉਹਨੂੰ ਪਹਿਰੇਦਾਰ ਰੱਖਣੇ ਪੈਂਦੇ ਆ, ਤੇ ਫਿਰ ਵੀ ਡਰਦਾ, ਫਿਰ ਵੀ ਨੀਂਦ ਨਹੀਂ ਆਉਂਦੀ। ਤੋ ਇਸ ਕਰਕੇ ਸੁੱਖ ਦਾ ਜਿਹੜਾ ਮਾਪਦੰਡ ਹੈ ਨਾ, ਜਿਹੜਾ ਉਹ ਦੁਨਿਆਵੀ ਪਦਾਰਥਾਂ ਨਾਲ ਨਹੀਂ ਹੈਗਾ, ਉਹ ਤੁਹਾਡੇ ਅੰਦਰ ਨਾਲ ਹੈ। ਜਦੋਂ ਆਪਾਂ ਇੱਦਾਂ ਸਮਝਾਂਗੇ ਫਿਰ ਬੰਦਾ ਜੋ ਬੰਦੇ ਕੋਲ ਹੈ ਉਹਦੇ ਵਿੱਚ ਰਹਿ ਕੇ ਆਤਮਿਕ ਸੰਤੁਸ਼ਟੀ ਲੈ ਕੇ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ। ਆਓ ਭਾਈ, ਇੱਥੇ ਜਿਹੜੀ ਮੱਤ ਭੌਂਗੀ ਹੈ ਉਹਦੇ ਹੁਕਮ ਵੱਲੋਂ ਤੇ ਚੰਚਲ ਚਿੱਤ ਹੋ ਕੇ ਜੀਵਨ ਗੁਜ਼ਾਰਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਲ ਜਿਹੜਾ ਦੋਸਤੀ ਪਾਉਂਦਾ ਹੈ, ਫਿਰ ਉਹ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਹਾਂ, ਗੁਰਮੁਖ ਸਹੁੰ ਕਰ ਦੋਸਤੀ, ਜਿਹੜਾ ਗੁਰੂ ਦੇ ਨਾਲ ਦੋਸਤੀ ਪਾ ਲੈਂਦਾ, ਚਿੱਤ ਜੋੜ ਲੈਂਦਾ, ਜੰਮਣ ਮਰਨ ਦਾ ਮੂਲ ਉਹਦੀ ਜ਼ਿੰਦਗੀ ਤੋਂ ਖਤਮ ਹੋ ਜਾਂਦਾ, ਤਾਂ ਸੁੱਖ ਹੋਵੇ ਮਿੱਤ। ਹੇ ਭਾਈ, ਹੇ ਮਿੱਤਰ, ਇੱਦਾਂ ਤੇਰਾ ਜੀਵਨ ਸੁਖੀ ਹੋ ਸਕਦਾ। ਜੇ ਚਾਹੁੰਦੇ ਆਪਾਂ ਸੁਖੀ ਹੋਣਾ, ਆਤਮਿਕ ਆਨੰਦ ਬਣਿਆ ਰਹੇ, ਤੇ ਫਿਰ ਪਿਆਰਿਓ ਆਓ, ਫਿਰ ਆਪਾਂ ਇਹੜ ਤੇੜ ਛੱਡ ਤੂੰ, ਫਿਰ ਇਹਦਾ ਟੇਢਾ ਮੇਢਾ ਛੱਡ ਦਈਏ। ਫਿਰ ਤੂੰ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਭਉ ਕਰ ਝੱਲ ਗਵਾਏ। ਗੁਰ ਕਹਿ ਭੈ ਕੇਤੇ ਨਸਤਰੇ, ਭੈ ਵਿੱਚ ਨਿਰਭਉ ਪਾਏ ਵਾਲੇ। ਗੁਰੂ ਦੀ ਵਿਚਾਰ ਅਨੁਸਾਰ ਤੁਰਨਾ ਸ਼ੁਰੂ ਕਰ ਦਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨੁ, ਹਰ ਹਰ ਕਥਾ ਨਿਰਾਲੀ। 66 ਨੰਬਰ ਸ਼ਲੋਕ ਗੁਰੂ ਅਮਰਦਾਸ ਜੀ ਦਾ, ਜੋ 1421 ਨੰਬਰ ਅੰਕ ਤੇ ਜਿਸ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ। ਸਾਰਿਆਂ ਦਾ ਧੰਨਵਾਦ। ਪੜ੍ਹੋ ਆਪ, ਸਹਿਜ ਪਾਠ ਆਪ ਕਰਿਆ ਕਰੋ, ਸਮਝਿਆ ਕਰੋ। ਸਮਝ ਕੇ ਅਸੀਂ ਬਾਣੀ ਪੜ੍ਹੀਏ, ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣਾ ਸ਼ੁਰੂ ਕਰੀਏ। ਆਤਮਿਕ ਆਨੰਦ ਬਣਿਆ ਰਹੇਗਾ। ਪਰਿਵਾਰਾਂ ਦੇ ਝਗੜੇ ਕਲੇਸ਼ ਜੇ ਸ਼ੁਰੂ ਅਸੀਂ ਕੀਤੇ ਆ ਤੇ ਖਤਮ ਹੀ ਅਸੀਂ ਆਪ ਕਰ ਸਕਦੇ ਹਾਂ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।